ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਸੰਬੰਧ ਵਿੱਚ ਜੋ ਇਤਿਹਾਸ ਦੀ ਲੜੀ ਚੱਲ ਰਹੀ ਹੈ ਉਸ ਦੇ ਬਾਰੇ ਹੀ ਅੱਗੇ ਅਸੀਂ ਅੱਜ ਇਤਿਹਾਸ ਦੀ ਵਿਚਾਰ ਕਰਾਂਗੇ। ਜ਼ਿਆਦਾਤਰ ਸਿੰਘ ਸ਼ਹੀਦ ਹੋ ਚੁੱਕੇ ਹਨ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਲ 3 ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਲਿਆ ਤੇ ਚਮਕੌਰ ਦੀ ਗੜੀ 'ਚੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ। ਸਲਾਹ ਇਹ ਹੋਈ ਕਿ ਅਲੱਗ-ਅਲੱਗ ਦਿਸ਼ਾਵਾਂ ਵੱਲ ਅਸੀਂ ਜਾਵਾਂਗੇ, ਅਖੀਰ ਇੱਕ ਤਾਰੇ ਦੀ ਸੇਧ ਨੂੰ ਲੈਂਦੇ ਹੋਏ ਇੱਕ ਜਗ੍ਹਾ ਇਕੱਤਰ ਹੋ ਜਾਵਾਂਗੇ। ਗੜੀ ਤੋਂ ਬਾਹਰ ਨਿਕਲਣ ਦੇ ਸਮੇਂ ਗੁਰੂ ਸਾਹਿਬ ਜੀ ਨੇ ਹੱਥ ਦੀ ਤਾਲੀ ਮਾਰੀ ਤੇ ਕਿਹਾ ਕਿ ਹਿੰਦ ਦਾ ਪੀਰ ਜ਼ਾਰਿਆ। ਉੱਥੋਂ ਬਾਹਰ ਨਿਕਲ ਗਏ। ਕਾਫੀ ਸਫ਼ਰ ਜੋ ਹੈ ਪੈਦਲ ਚੱਲ ਕੇ ਕਾਫੀ ਦੂਰ ਨਿਕਲ ਗਏ ਤੇ ਮਾਛੀਵਾੜੇ ਦੇ ਇਲਾਕੇ ਵਿੱਚ ਪਹੁੰਚ ਗਏ। ਜੰਗਲ ਦੇ ਵਿੱਚ ਕਾਫੀ ਥੱਕ ਗਏ ਸਨ। ਉੱਧਰੋਂ ਕਵੀ ਦੇ ਲਿਖੇ ਅਨੁਸਾਰ ਗੁਰੂ ਸਾਹਿਬ ਨੂੰ ਨਸ਼ੇ ਦੀ ਤੋੜ ਲੱਗ ਗਈ, ਕਿਉਂਕਿ ਨਾ ਉਹਨਾਂ ਕੋਲ ਅਫੀਮ ਸੀ ਨਾ ਕੋਈ ਹੋਰ ਨਸ਼ਾ ਸੀ। ਇਸ ਕਰਕੇ ਰਸਤੇ ਵਿੱਚ ਇੱਕ ਅੱਕ ਦਾ ਬੂਟਾ ਗੁਰੂ ਸਾਹਿਬ ਨੂੰ ਦਿਖਾਈ ਦਿੱਤਾ। ਖਿਆਲ ਕਰਨਾ, ਇਹ ਮੈਂ ਕਹਾਣੀ ਆਪਣੇ ਕੋਲੋਂ ਨਹੀਂ ਬਣਾ ਰਿਹਾ, ਨਾ ਹੀ ਮੈਂ ਇਸ ਕਹਾਣੀ ਨਾਲ ਸਹਿਮਤ ਹਾਂ। ਇਸ ਦਾ ਜਦੋਂ ਵਿਸ਼ਲੇਸ਼ਣ ਕਰਾਂਗੇ ਉਦੋਂ ਸਮਝ ਆਏਗੀ ਕਿ ਇਹ ਸਭ ਕੁਝ ਕਿਉਂ ਲਿਖਿਆ ਗਿਆ, ਇਸ ਦੇ ਲਿਖਣ ਪਿੱਛੇ ਲਿਖਾਰੀ ਦੀ ਕੀ ਭਾਵਨਾ ਹੋ ਸਕਦੀ ਹੈ, ਕੀ ਕਾਰਨ ਹੋ ਸਕਦਾ। ਕਹਾਣੀਕਾਰ ਨੇ ਕਵੀ ਨੇ ਗੁਰੂ ਸਾਹਿਬ ਦੇ ਨਾਲ ਐਸੇ ਦੋਸ਼ ਮੜੇ ਹਨ। ਅੱਕ ਦੇ ਬੂਟੇ ਤੋਂ ਅੱਕ ਦਾ ਪੱਤਾ ਤੋੜਿਆ, ਉਹਦੇ ਉੱਤੇ ਅੱਕ ਦਾ ਦੁੱਧ ਚੋਇਆ, ਅੱਕ ਦੇ ਦੁੱਧ ਨੂੰ ਫਿਰ ਗੁਰੂ ਸਾਹਿਬ ਨੇ ਪੀਤਾ, ਚੱਟਿਆ। ਇਸ ਨਾਲ ਥੋੜ੍ਹੀ ਜਿਹੀ ਗੁਰੂ ਸਾਹਿਬ ਨੂੰ ਹੋਸ਼ ਆਈ, ਸਹਾਰਾ ਮਿਲਿਆ। ਅੱਗੇ ਚੱਲੇ। ਅੱਗੇ ਇੱਕ ਖੂਹ ਸੀ, ਖੂਹ ਦੇ ਉੱਤੇ ਗੁਰੂ ਸਾਹਿਬ ਬੈਠ ਕੇ ਅਰਦਾਸ ਕਰਨ ਲੱਗ ਗਏ। ਤਾਂ ਕੀ ਦੇਖਦੇ ਹਨ, 1-2 ਆਦਮੀ ਆਪਣੀਆਂ ਗੁਆਚੀਆਂ ਹੋਈਆਂ ਮੱਝਾਂ ਨੂੰ ਲੱਭ ਰਹੇ ਨੇ। ਤਾਂ ਗੁਰੂ ਸਾਹਿਬ ਨੇ ਆਵਾਜ਼ ਜਦ ਸੁਣੀ ਤਾਂ ਪੁੱਛਿਆ, ਕੌਣ ਹੋ? ਤਾਂ ਮੱਝ ਦਾ ਮਾਲਕ ਕਹਿੰਦਾ ਕਿ ਮੈਂ ਆਪਣੀ ਮੱਝਾਂ ਨੂੰ ਲੱਭ ਰਿਹਾ ਤੇ ਉਹਦਾ ਨੌਕਰ ਵੀ ਦੂਸਰੇ ਪਾਸੇ ਲੱਭ ਰਿਹਾ ਸੀ। ਐਸੇ ਜਦੋਂ ਉਹ ਜ਼ੋਰ ਨਾਲ ਬੋਲਿਆ, ਗੁਰੂ ਸਾਹਿਬ ਨੇ ਉਸ ਨੂੰ ਆਪਣੇ ਕੋਲ ਬੁਲਾਇਆ, ਇਸ ਡਰ ਦੇ ਕਾਰਨ ਕਿ ਕਿਤੇ ਉਹ ਰੌਲਾ ਨਾ ਪਾ ਦੇਵੇ। ਉਸ ਨੂੰ ਆਪਣੀ ਇੱਕ ਖੰਜਰ ਦਿੱਤੀ ਤੇ ਕਿਹਾ, ਭਾਈ ਚੁੱਪ ਰਹੋ, ਰੌਲਾ ਨਹੀਂ ਪਾਉਣਾ। ਫਿਰ ਕੁਝ ਦੇਰ ਬਾਅਦ ਗੁਰੂ ਸਾਹਿਬ ਨੇ ਉਸ ਨੂੰ ਬੁਲਾਇਆ, ਉਸ ਤੋਂ ਕਿਹਾ ਵੀ ਖੰਜਰ ਇੱਥੇ ਰੱਖ ਦੇ। ਫਿਰ ਉਸ ਦੇ ਇੱਕ ਉਲਟਾ ਥੱਪੜ ਮਾਰਿਆ, ਉਸ ਦਾ ਦੰਦ ਟੁੱਟ ਗਿਆ, ਉਸ ਦੀ ਆਵਾਜ਼ ਜਾਂਦੀ ਰਹੀ। ਇਸ ਤਰ੍ਹਾਂ ਕਰਕੇ ਇਹ ਸਮਝ ਲਓ ਇੱਕ ਯੁੱਧ ਨੀਤੀ ਹੈ, ਕਿਉਂਕਿ ਕੋਈ ਰੌਲਾ ਪਾ ਦੇਗਾ ਤਾਂ ਦੁਸ਼ਮਣ ਕਦੀ ਵੀ ਆ ਕੇ ਫੜ ਲਏਗਾ। ਗੁਰੂ ਸਾਹਿਬ ਨੇ ਬੜਾ ਜ਼ੋਰ ਕੀਤਾ। ਖੈਰ ਉਹ ਮਾਲਕ ਤੇ ਉਹਦਾ ਨੌਕਰ ਉੱਥੋਂ ਚਲੇ ਗਏ। ਉਸ ਤੋਂ ਅੱਗੇ ਗੁਰੂ ਸਾਹਿਬ ਨੇ ਇੱਕ ਖੂਹ ਦੇ ਉੱਤੋਂ ਟੈਂਡ ਖੋਲ੍ਹੀ ਤੇ ਟੈਂਡ ਨੂੰ ਕੱਪੜੇ ਵਿੱਚ ਲਪੇਟ ਕੇ ਉਸ ਦਾ ਸਿਰਹਾਣਾ ਬਣਾ ਕੇ ਇੱਕ ਕੱਪੜਾ ਆਪਣੇ ਤੇੜ ਤੋਂ ਲਾਹ ਕੇ ਥੱਲੇ ਵਿਛਾਇਆ, ਉੱਥੇ ਸੌਂ ਗਏ। ਇਹ ਕਹਾਣੀਕਾਰ ਦੀ ਇਹ ਆਪਣੀ ਮਨ ਦੀ ਸੋਚ ਹੈ, ਮਨ ਦੀ ਉਡਾਰੀ ਹੈ। ਪਰ ਜਰਾ ਸੋਚੋ, ਪੋਹ ਦਾ ਮਹੀਨਾ ਹੋਵੇ, ਦਸੰਬਰ ਦਾ ਮਹੀਨਾ ਹੋਵੇ ਤੇ ਬਾਹਰ ਖੂਹ ਦੇ ਉੱਤੇ ਨਾ ਉਹਨਾਂ ਕੋਲ ਕੋਈ ਕੰਬਲ ਸੀ ਨਾ ਰਜ਼ਾਈ ਸੀ, ਪਰ ਕਹਾਣੀਕਾਰ ਨੇ ਕਹਾਣੀ ਬਣਾਈ ਹੈ, ਕਵਿਤਾ ਵਾਲੇ ਨੇ ਕਹਾਣੀ ਬਣਾਈ ਹੈ ਤੇ ਅਸੀਂ ਉਹ ਕਹਾਣੀ ਨੂੰ ਅੱਗੇ ਇਸ ਤਰ੍ਹਾਂ ਹੀ ਸੁਣਾਉਂਦੇ ਰਹਿੰਦੇ ਹਾਂ। ਤੇ ਮੈਂ ਵੀ ਸੁਣਾ ਰਿਹਾ। ਜਦ ਵਿਸ਼ਲੇਸ਼ਣ ਕਰਾਂਗੇ ਸਮਝ ਆਏਗੀ ਕਿ ਇੰਨੀ ਠੰਡ ਵਿੱਚ ਗੁਰੂ ਸਾਹਿਬ ਸੌਂ ਗਏ ਉੱਥੇ। ਚਲੋ ਠੀਕ ਹੈ, ਸਵੇਰ ਤੱਕ ਸੁੱਤੇ ਰਹੇ ਤੇ ਜਦੋਂ ਸਵੇਰ ਨੂੰ ਸਿੰਘ ਲੱਭ ਰਹੇ ਸੀ ਉਹਨਾਂ ਨੇ, ਸੂਰਜ ਚੜ੍ਹ ਗਿਆ ਪਰ ਗੁਰੂ ਸਾਹਿਬ ਥੱਕੇ ਹੋਏ ਸਨ, ਉੱਠੇ ਨਹੀਂ। ਤਦ ਤੱਕ ਤਿੰਨੋਂ ਸਿੰਘ ਪਹੁੰਚ ਗਏ।
ਉਹਨਾਂ ਨੇ ਗੁਰੂ ਸਾਹਿਬ ਨੂੰ ਉਠਾ ਲਿਆ। ਗੁਰੂ ਜੀ ਦੇ ਪੈਰਾਂ 'ਚ ਛਾਲੇ ਪਏ ਹੋਏ ਸਨ। ਉਧਰੋਂ ਨਸ਼ੇ ਦੀ ਤੋੜ ਸੀ, ਗੁਰੂ ਸਾਹਿਬ ਚੱਲਣ ਦੇ ਸਮਰੱਥ ਨਹੀਂ ਸਨ। ਇਸ ਕਰਕੇ ਭਾਈ ਮਾਨ ਸਿੰਘ ਨੇ ਉਹਨਾਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਇੱਕ ਨੇੜੇ ਬਾਗ ਸੀ, ਬਾਗ ਕਾਫੀ ਸੰਘਣਾ ਸੀ, ਉਸ ਬਾਗ ਵਿੱਚ ਲੈ ਕੇ ਚਲੇ ਗਏ। ਉਸ ਬਾਗ ਵਿੱਚ ਇੱਕ ਖੂਹ ਚੱਲ ਰਿਹਾ ਸੀ, ਹਲਟ ਚੱਲ ਰਿਹਾ ਸੀ। ਤੇ ਜਿਹੜਾ ਬੰਦਾ ਹਲਟ ਹੱਕ ਰਿਹਾ ਸੀ ਉਸਨੇ ਦੇਖਿਆ ਇਹਨਾਂ ਦਾ ਹੁਲੀਆ ਤਾਂ ਇੱਕਦਮ ਐਸਾ ਹੀ ਲੱਗਦਾ ਜਿਸ ਦੇ ਬਾਰੇ ਮੇਰਾ ਮਾਲਕ ਕਿਹਾ ਕਰਦਾ ਹੈ ਕਿ ਉਹ ਕੱਛ ਕਿਰਪਾਨ ਪਹਿਨਦੇ ਨੇ ਗੁਰੂ ਜੀ। ਉਸਨੇ ਹਲਟ ਛੱਡਿਆ ਤਾਂ ਆਪਣੇ ਘਰ ਨੂੰ ਚੱਲ ਪਿਆ। ਇਹ ਖੂਹ ਸੀਗਾ ਭਾਈ ਗੁਲਾਬੇ ਦਾ, ਜੋ ਗੁਰੂ ਦਾ ਮਸੰਦ ਸੀ, ਗੁਰੂ ਦਾ ਸਿੱਖ ਸੀ। ਜਾ ਕੇ ਭਾਈ ਗੁਲਾਬੇ ਨੂੰ ਦੱਸਿਆ ਕਿ ਆਪਣੇ ਬਾਗ ਵਿੱਚ ਸਿੰਘ ਉਤਰੇ ਹੋਏ ਨੇ, ਪਤਾ ਨਹੀਂ ਗੁਰੂ ਜੀ ਹੈ ਜਾਂ ਸਿੰਘ ਨੇ। ਇੱਕਦਮ ਹੁਲੀਆ ਉਹੀ ਹੈ ਜਿਹੜਾ ਹੁਲੀਏ ਦੇ ਬਾਰੇ ਤੁਸੀਂ ਗੱਲਬਾਤ ਕਰਿਆ ਕਰਦੇ ਹੋ। ਭਾਈ ਗੁਲਾਬਾ ਜਲਦੀ ਬਾਗ ਵਿੱਚ ਪਹੁੰਚਿਆ। ਜਾ ਕੇ ਦੇਖਿਆ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਕਿ ਮੇਰੇ ਲਾਇਕ ਕੋਈ ਸੇਵਾ ਹੈ ਤਾਂ ਦੱਸੋ। ਹੁਣ ਫਿਰ ਉਹੀ ਗੱਲ, ਗੁਰੂ ਸਾਹਿਬ ਦੀ ਪਹਿਲੀ ਜਿਹੜੀ ਡਿਮਾਂਡ ਸੀ, ਪਹਿਲੀ ਜਿਹੜੀ ਉਹਨਾਂ ਨੇ ਗੱਲ ਮੰਗੀ ਕਿ ਭਾਈ ਜਾ ਕੇ ਭੰਗ ਲਿਆਓ, ਮਿਰਚਾਂ ਲਿਆਓ। ਭਾਵ ਗੁਰੂ ਸਾਹਿਬ ਜੀ ਦਾ ਨਸ਼ਾ ਟੁੱਟਾ ਹੋਇਆ ਸੀ, ਕਿਉਂਕਿ ਲਿਖਾਰੀ ਪਹਿਲਾਂ ਵੀ ਕਈ ਜਗ੍ਹਾ ਇਤਿਹਾਸ ਇਸੇ ਗ੍ਰੰਥ ਵਿੱਚ ਲਿਖਦਾ ਹੈ ਕਿ ਗੁਰੂ ਸਾਹਿਬ 22-23 ਸਾਲ ਦੀ ਉਮਰ ਤੋਂ ਦੋ ਵੇਲੇ ਨਸ਼ਾ ਕਰਦੇ ਸਨ। ਜਦੋਂ ਤੱਕ ਉਹ ਅਫੀਮ ਜਾਂ ਭੰਗ ਨਹੀਂ ਛਕ ਲੈਂਦੇ ਸਨ, ਉਹਨਾਂ ਦੀ ਸੁਸਤੀ ਨਹੀਂ ਜਾਂਦੀ ਸੀ। ਤੇ ਲਿਖਾਰੀ ਹਰ ਉਸ ਹੋਰ ਗੱਲਾਂ ਨੂੰ ਕਿਸੇ ਨੂੰ ਵੀ ਭੁੱਲ ਸਕਦਾ ਹੈ, ਪਰ ਇਸ ਗੱਲ ਨੂੰ ਵਾਰ-ਵਾਰ ਦ੍ਰਿੜ ਕਰਾਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨਸ਼ੇ ਦੇ ਆਦੀ ਸਨ, ਨਸ਼ੇ ਤੋਂ ਬਗੈਰ ਉਹ ਜੀ ਨਹੀਂ ਸਕਦੇ ਸਨ। ਖੈਰ, ਭਾਈ ਗੁਲਾਬਾ ਬਾਜ਼ਾਰ ਵਿੱਚ ਗਿਆ, ਮਿਰਚਾਂ ਲਿਆਂਦੀਆਂ, ਭੰਗ ਲਿਆਂਦੀ, ਉਹ ਬਣਾ ਕੇ ਗੁਰੂ ਸਾਹਿਬ ਨੂੰ ਦਿੱਤੀ। ਗੁਰੂ ਸਾਹਿਬ ਨੇ ਉਹ ਛਕੀ ਤਾਂ ਸਰੀਰ ਥੋੜ੍ਹਾ ਕਾਇਮ ਹੋ ਗਿਆ। ਤਾਂ ਗੁਰੂ ਜੀ ਨੇ ਕਿਹਾ ਹੁਣ ਇਸ਼ਨਾਨ ਕਰਨਾ ਹੈ। ਇਸ਼ਨਾਨ ਖੂਹ 'ਤੇ ਨਹੀਂ ਕੀਤਾ। ਦੇਖੋ, ਯੁੱਧ ਦੀਆਂ ਚਾਲਾਂ ਵਿੱਚ ਕਈ ਬਰੀਕੀਆਂ ਹੁੰਦੀਆਂ। ਉੱਥੇ ਖੂਹ ਸੀਗਾ, ਖੂਹ 'ਤੇ ਵੀ ਇਸ਼ਨਾਨ ਕਰ ਸਕਦੇ ਸਨ ਭਾਈ, ਪਰ ਕਿਉਂਕਿ ਗ੍ਰੰਥ ਵੱਡਾ ਬਣਾਉਣਾ ਹੈ, ਕਹਾਣੀ ਵੱਡੀ ਬਣਾਉਣੀ ਹੈ, ਤਾਂ ਕਿ ਉਹ ਇਸ ਕਰਕੇ ਉਸ ਨੂੰ ਘੁਮਾਉਣਾ ਪੈਂਦਾ। ਇੱਕ ਨੇੜੇ ਨਦੀ ਸੀ, ਉੱਥੇ ਭਾਈ ਮਾਨ ਸਿੰਘ ਗੁਰੂ ਸਾਹਿਬ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਲੈ ਕੇ ਗਿਆ, ਉੱਥੇ ਇਸ਼ਨਾਨ ਕਰਵਾਇਆ। ਉਸ ਤੋਂ ਉਪਰੰਤ ਕੀ ਦੇਖਦੇ ਨੇ, ਫਿਰ ਮੱਝਾਂ ਚਾਰਨ ਵਾਲਾ ਇੱਕ ਲੜਕਾ ਉੱਥੇ ਮਿਲਿਆ। ਉਸਨੇ ਫਿਰ ਰੌਲਾ ਪਾਉਣ ਲੱਗਾ ਕਿ ਗੁਰੂ ਜੀ ਹਨ। ਫਿਰ ਗੁਰੂ ਸਾਹਿਬ ਨੇ ਕਿਹਾ ਆਪਣੇ ਸਿੱਖ ਨੂੰ ਕਿ ਭੱਜੋ, ਜਾ ਕੇ ਉਸ ਨੂੰ ਫੜੋ। ਫਿਰ ਭਾਈ ਧਰਮ ਸਿੰਘ ਦੌੜ ਕੇ ਗਿਆ, ਉਸ ਲੜਕੇ ਨੂੰ ਫੜ ਕੇ ਲਿਆਇਆ। ਉਹਨੂੰ ਡਾਂਟਿਆ ਵੀ ਜੇ ਹੁਣ ਤੈਨੂੰ ਮਾਰ ਦਈਏ ਤੇਰਾ ਕੀ ਬਣੇਗਾ, ਤੂੰ ਰੌਲਾ ਕਿਉਂ ਪਾ ਰਿਹਾ। ਉਹ ਲੜਕੇ ਨੇ ਬਹਾਨਾ ਬਣਾਇਆ ਕਿ ਮੈਨੂੰ ਪਤਾ ਨਹੀਂ ਲੱਗਾ ਸੀ, ਮੈਂ ਤਾਂ ਮੱਥਾ ਟੇਕਦਾ, ਮੈਂ ਤੁਹਾਡਾ ਸਤਿਕਾਰ ਕਰਦਾ। ਗੁਰੂ ਸਾਹਿਬ ਨੇ ਉਸ ਨੂੰ ਇੱਕ ਖੰਜਰ ਦਿੱਤਾ, ਕਿਹਾ ਇਸ ਨੂੰ ਆਪਣੇ ਘਰ ਰੱਖ ਲਈ, ਬਹੁਤ ਕੀਮਤੀ ਹੈ, ਹੀਰੇ ਜਵਾਹਰਾਤ ਇਹਦੇ ਵਿੱਚ ਜੜੇ ਹੋਏ ਨੇ ਤੇ ਰੌਲਾ ਨਹੀਂ ਪਾਉਣਾ। ਖੈਰ, ਉਸ ਨੂੰ ਉੱਥੇ ਵਿਦਾ ਕੀਤਾ। ਯੁੱਧ ਨੀਤੀ ਹੈ ਕਿ ਕੋਈ ਰੌਲਾ ਨਾ ਪਾਵੇ, ਤੇ ਗੁਰੂ ਸਾਹਿਬ ਨੇ ਬੜਾ ਠੀਕ ਕੰਮ ਕੀਤਾ, ਉਸ ਨੂੰ ਖੰਜਰ ਦੇ ਕੇ ਉਸ ਦਾ ਮੂੰਹ ਬੰਦ ਕਰ ਦਿੱਤਾ। ਹੁਣ ਦੁਬਾਰਾ ਫਿਰ ਬਾਗ ਵਿੱਚ ਆ ਜਾਂਦੇ ਹਨ। ਜਦੋਂ ਬਾਗ ਵਿੱਚ ਆ ਗਏ ਤਾਂ ਫਿਰ ਭਾਈ ਗੁਲਾਬਾ, ਰਾਤ ਹੋ ਗਈ ਸੀ, ਭਾਈ ਗੁਲਾਬੇ ਨੇ ਫਿਰ ਉਹਨਾਂ ਨੂੰ ਆਪਣੇ ਘਰ ਲਿਜਾਣਾ ਸੀ। ਬੇਨਤੀ ਕੀਤੀ ਮੇਰੇ ਘਰ ਚਲੋ। ਨਵਾਂ ਚੁਬਾਰਾ ਬਣਾਇਆ ਸੀ ਤੇ ਇਹਨਾਂ ਨੂੰ ਲਿਜਾ ਕੇ ਗੁਰੂ ਸਾਹਿਬ ਨੂੰ ਉਹਨਾਂ ਦਾ ਪਲੰਗ ਨਵੇਂ ਚੁਬਾਰੇ ਵਿੱਚ ਡਾਹਿਆ। ਤੇ ਇਹ ਦੋ ਭਰਾ ਸਨ, ਭਾਈ ਗੁਲਾਬਾ ਤੇ ਭਾਈ ਪੰਜਾਬਾ, ਪਰਿਵਾਰ ਸਹਿਤ ਉੱਥੇ ਰਹਿੰਦੇ ਸਨ। ਸੇਵਾ ਪਾਣੀ ਕੀਤੀ, ਲੰਗਰ ਪਾਣੀ ਛਕਾਇਆ, ਸੌਂ ਗਏ। ਸਵੇਰੇ ਹੋਏ, ਫਿਰ ਇਸ਼ਨਾਨ ਪਾਣੀ ਕੀਤਾ, ਸਾਰੀ ਸੇਵਾ ਕੀਤੀ ਤਾਂ ਭਾਈ ਗੁਲਾਬਾ ਗੁਰੂ ਸਾਹਿਬ ਕੋਲ ਆਉਂਦੇ ਹਨ। ਕਹਿੰਦੇ ਭਾਈ ਗੁਰੂ ਜੀ ਦੱਸੋ ਕੀ ਛਕੋਗੇ। ਤਾਂ ਗੁਰੂ ਸਾਹਿਬ ਅੱਗੋਂ ਕੀ ਕਹਿੰਦੇ ਹਨ, ਬੜੇ ਹੈਰਾਨੀ ਭਰੀ ਗੱਲ ਹੈ। ਗੁਰੂ ਸਾਹਿਬ ਕਹਿੰਦੇ ਹਨ ਬੱਕਰਾ ਲੈ ਆਓ। ਭਾਵ ਅਸੀਂ ਬੱਕਰੇ ਦਾ ਮੀਟ ਖਾਣਾ ਹੈ, ਬੱਕਰਾ ਲੈ ਆਓ। ਭਾਈ ਗੁਲਾਬਾ
ਬਾਜ਼ਾਰ ਗਿਆ, ਬਾਜ਼ਾਰ 'ਚੋਂ ਬੱਕਰਾ ਖਰੀਦ ਕੇ ਲਿਆਂਦਾ ਤੇ ਘਰ ਆ ਗਿਆ। ਤੇ ਗੁਰੂ ਸਾਹਿਬ ਕਹਿੰਦੇ ਇਹਦਾ ਝਟਕਾ ਅਸੀਂ ਕਰਾਂਗੇ। ਝਟਕਾ ਕਰਨ ਦਾ ਤਰੀਕਾ ਬੜਾ ਸੌਖਾ ਹੈ। ਕਿਰਪਾਨਾਂ ਕੋਲ ਸਨ, ਇੱਕ ਟੱਕ ਮਾਰਦੇ ਝਟਕਾ ਹੋ ਜਾਂਦਾ। ਪਰ ਨਹੀਂ, ਗੁਰੂ ਸਾਹਿਬ ਨੇ ਗੋਲੀ ਚਲਾਈ, ਗੋਲੀ ਦੇ ਨਾਲ ਬੱਕਰੇ ਦਾ ਝਟਕਾ ਕੀਤਾ। ਉਸ ਤੋਂ ਬਾਅਦ ਉਸ ਦੀ ਸਾਫ ਸਫਾਈ ਕਰਕੇ ਤਾਂ ਭਾਈ ਗੁਲਾਬਾ ਤੇ ਭਾਈ ਪੰਜਾਬਾ ਪੂਰਾ ਪਰਿਵਾਰ ਜੋ ਹੈ ਉਹ ਮੀਟ ਤਿਆਰ ਕਰਨ ਲੱਗਿਆ। ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਨਹੀਂ ਕੀ ਸੁੱਝਿਆ ਕਿ ਉਹਨਾਂ ਨੇ ਉਹ ਬੱਕਰੇ ਦੀ ਖੱਲ ਤੇ ਖਰੋਂਡੇ ਤੇ ਬੱਕਰੇ ਦੀ ਸਿਰੀ ਨੂੰ ਉਸ ਖੱਲ ਵਿੱਚ ਹੀ ਗਠੜੀ ਬੰਨ੍ਹੀ। ਨੇੜੇ ਹੀ ਇੱਕ ਮਸੀਤ ਸੀ, ਉੱਥੇ ਮੌਲਵੀ ਜਿਹੜਾ ਉਹ ਨਮਾਜ਼ ਪੜ੍ਹਨ ਆਇਆ ਸੀ। ਇਹਨਾਂ ਨੇ ਉਹ ਗਠੜੀ ਉਹ ਮੌਲਵੀ ਨਮਾਜ਼ ਪੜ੍ਹਦੇ ਤੇ ਸਿਰ 'ਤੇ ਮਾਰੀ ਤਾਂ ਮੌਲਵੀ ਦੀ ਪੱਗ ਡਿੱਗ ਕੇ ਉਹ ਗਈ। ਮੌਲਵੀ ਹੈਰਾਨ ਪਰੇਸ਼ਾਨ ਹੋ ਗਿਆ, ਉਸ ਨੂੰ ਕੋਈ ਸਮਝ ਨਹੀਂ ਆਈ। ਇੱਧਰ ਉੱਧਰ ਦੇਖਿਆ ਤਾਂ ਕੋਈ ਦਿਖਾਈ ਨਹੀਂ ਦਿੱਤਾ, ਕਿਉਂਕਿ ਗੁਰੂ ਜੀ ਜਲਦੀ ਕੋਠਿਆਂ ਦੇ ਉੱਤੋਂ ਦੀ ਵਾਪਸ ਉਹ ਆਪਣੇ ਚੁਬਾਰੇ ਵਿੱਚ ਫਿਰ ਆ ਗਏ। ਇਸ ਤਰ੍ਹਾਂ ਕਰਕੇ ਮੌਲਵੀ ਜਿਹੜਾ ਬੜਾ ਹੈਰਾਨ ਪਰੇਸ਼ਾਨ ਹੋਇਆ ਤੇ ਉਸਨੇ ਸੋਚਿਆ ਇਹ ਅਸਮਾਨ ਤੋਂ ਕਿੱਥੋਂ ਇਹ ਗੰਢ ਡਿੱਗ ਕੇ ਆ ਗਈ ਹੈ। ਉਸਨੇ ਉਹ ਸਾਰੀ ਗੰਢ ਨੂੰ ਬਾਹਰ ਸੁਟਵਾਇਆ, ਉਹ ਨਮਾਜ਼ ਵਿੱਚੇ ਛੱਡੀ ਤੇ ਉਹ ਆਪਣੇ ਘਰ ਨੂੰ ਵਾਪਸ ਆ ਗਿਆ। ਕਹਿੰਦੇ ਵੀ ਮੂਰਖ ਮੌਲਵੀ ਨੂੰ ਕੋਈ ਸਮਝ ਨਹੀਂ ਆਈ। ਇਹ ਕਹਾਣੀਕਾਰ ਨੇ ਲਿਖਿਆ ਹੈ। ਅੱਗੋਂ ਫਿਰ ਕੀ ਹੋਇਆ, ਫਿਰ ਮੀਟ ਬਣ ਕੇ ਆ ਗਿਆ। ਹਾਂ, ਜਦੋਂ ਗੋਲੀ ਚਲਾਈ ਤਾਂ ਪੰਡਿਤ ਭਾਈ ਪੰਜਾਬੇ ਦੇ ਇੱਕ ਪਾਸੇ ਘਰ ਦੇ ਇੱਕ ਪਾਸੇ ਪੰਡਿਤ ਰਹਿੰਦਾ ਸੀ, ਇੱਕ ਪਾਸੇ ਸੈਯਦ ਰਹਿੰਦਾ ਸੀ। ਪੰਡਿਤ ਜੋ ਹੈ ਪਹਿਲਾਂ ਇੱਕ ਵਾਰ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਇਆ ਸੀ। ਜਦੋਂ ਗੋਲੀ ਚਲਾਈ ਤਾਂ ਉਸ ਨੂੰ ਸਮਝ ਆ ਗਈ ਵੀ ਇੱਥੇ ਸਿੰਘ ਆਏ ਹੋਏ ਨੇ। ਉਸਨੇ ਗੁਰੂ ਸਾਹਿਬ ਨੂੰ ਪਹਿਚਾਣ ਲਿਆ। ਪੰਡਿਤ ਸ਼ੈਤਾਨ ਸੀ, ਉਸਨੇ ਥਾਲੀ ਦੇ ਵਿੱਚ ਪਤਾਸੇ ਰੱਖੇ ਤੇ ਜਨੇਊ ਰੱਖਿਆ ਤੇ ਸਿੱਧਾ ਚੁਬਾਰੇ ਵਿੱਚ ਚੜ੍ਹ ਆਇਆ ਤੇ ਆ ਕੇ ਗੁਰੂ ਸਾਹਿਬ ਦੇ ਅੱਗੇ ਉਸਨੇ ਗੁਰੂ ਸਾਹਿਬ ਨੂੰ ਅਸ਼ੀਰਵਾਦ ਦਿੱਤਾ ਤੇ ਫਿਰ ਗੁਰੂ ਸਾਹਿਬ ਨੇ 5 ਮੋਹਰਾਂ ਉਹਦੀ ਥਾਲੀ ਵਿੱਚ ਰੱਖ ਦਿੱਤੀਆਂ। ਉਹ ਚੁੱਪਚਾਪ ਆਪਣੇ ਘਰ ਨੂੰ ਵਾਪਸ ਚਲਾ ਗਿਆ। ਪਰ ਸੈਯਦ ਬੜਾ ਔਖਾ ਸੀ ਕਿ ਉਹਨੂੰ ਪਤਾ ਸੀ ਕਿ ਗੁਲਾਬੇ ਦੇ ਘਰ ਸਿੰਘ ਉਤਰੇ ਹੋਏ ਹਨ, ਪਰ ਗੁਆਂਢ ਮੱਥਾ ਜਾਣ ਕੇ ਉਹ ਚੁੱਪ ਰਿਹਾ। ਚਲੋ ਗੁਆਂਢ ਹੈ, ਕੀ ਕਹਿਣਾ ਕੁਝ, ਕੋਈ ਗੱਲ ਨਹੀਂ, ਚੱਲ ਹੋਊ ਫੇ ਕਰਕੇ ਉਸਨੇ ਡੰਗ ਟਪਾਇਆ। ਪਰ ਹੋਇਆ ਕਿ ਜਦੋਂ ਖਾਣੇ ਦਾ ਥਾਲ ਗੁਰੂ ਸਾਹਿਬ ਦੇ ਕੋਲ ਆਇਆ, ਗੁਰੂ ਸਾਹਿਬ ਭੋਜਨ ਛਕ ਰਹੇ ਨੇ ਤੇ ਜਿਹੜੀਆਂ ਸੰਖੀਆਂ ਹੱਡੀਆਂ ਵਿੱਚੋਂ ਵੱਜਦੀਆਂ ਸਨ, ਕਦੀ ਉਹ ਪੰਡਿਤ ਦੇ ਘਰ ਵੱਲ ਸੁੱਟ ਦਿੰਦੇ ਨੇ ਤੇ ਕਦੀ ਉਹ ਸੈਯਦ ਦੇ ਘਰ ਵੱਲ ਸੁੱਟ ਦਿੰਦੇ ਨੇ। ਜਦੋਂ ਹੱਡੀਆਂ ਡਿੱਗਦੀਆਂ ਨੇ ਆਵਾਜ਼ ਆਉਂਦੀ ਹੈ ਤੇ ਉਹ ਪਰੇਸ਼ਾਨ। ਪਰ ਪੰਡਿਤ ਨੂੰ 5 ਮੋਹਰਾਂ ਮਿਲ ਚੁੱਕੀਆਂ ਸਨ, ਪਰ ਸੈਯਦ ਜਿਹੜਾ ਸੀ ਉਹ ਬਹੁਤ ਗੁੱਸੇ ਵਿੱਚ ਸੀ। ਉਹ ਗੁੱਸੇ ਵਿੱਚ ਅੱਗ ਬਬੂਲਾ ਹੋਇਆ ਪਿਆ ਸੀ ਔਰ ਉਸਨੇ ਕਿਹਾ, ਪੰਜਾਬੀਆ ਹੁਣ ਤੱਕ ਅਸੀਂ ਚੁੱਪ ਸੀ ਆਪਣਾ ਗੁਆਂਢ ਮੱਥਾ ਜਾਣ ਕੇ, ਪਰ ਹੁਣ ਤਾਂ ਹੱਦ ਹੀ ਨਿਬੇੜ ਦਿੱਤੀ ਆ। ਸਾਡੇ ਘਰ ਸੰਖੀਆਂ ਹੱਡੀਆਂ ਸੁੱਟਦੇ ਹੋ, ਕੋਈ ਗੱਲ ਨਹੀਂ, ਸਵੇਰਾ ਹੋਣ ਦਿਓ, ਮੈਂ ਸਮੇਂ ਦੀ ਸਰਕਾਰ ਦੇ ਕੋਲ ਤੁਹਾਡੇ ਵਿਰੁੱਧ ਸ਼ਿਕਾਇਤ ਕਰਾਂਗਾ। ਉਹ ਆਉਣਗੇ, ਤੁਹਾਨੂੰ ਆ ਕੇ ਡੰਡ ਦੇਣਗੇ, ਤੁਹਾਡੇ ਬਾਲ ਬੱਚੇ ਨੂੰ ਸਾਰਿਆਂ ਦੇ ਪੇਟ ਪਾੜਨਗੇ, ਫਿਰ ਤੈਨੂੰ ਪਤਾ ਲੱਗੇਗਾ। ਗੁਲਾਬਾ ਪੰਜਾਬਾ ਦੋਨੋਂ ਬੜੇ ਘਬਰਾਏ ਹੋਏ ਸਨ ਔਰ ਉਹ ਉਹਦੀਆਂ ਮਿੰਨਤਾਂ ਕਰਦੇ ਨੇ, ਉਹਨੂੰ ਬੇਨਤੀ ਕਰਦੇ ਨੇ ਵੀ ਭਾਈ ਸੈਯਦ ਭਾਈ, ਤੂੰ ਸਾਡਾ ਗੁਆਂਢੀ ਹਾਂ, ਅਸੀਂ ਇੱਕ ਦੂਜੇ ਦੇ 100 ਕੰਮ ਆਉਣਾ ਹੈ, ਕੋਈ ਗੱਲ ਨਹੀਂ। ਕਿਹੜੀ ਗੱਲ ਹੈ, ਕੱਲ੍ਹ ਨੂੰ ਸਵੇਰ ਨੂੰ ਇਹਨਾਂ ਨੂੰ ਇੱਥੋਂ ਅਸੀਂ ਤੋਰ ਦੇਣਾ, ਬਸ ਆ ਘੜੀ ਟਪਾ ਲਾ, ਕੋਈ ਗੱਲ ਨਹੀਂ। ਫਿਰ ਉਹਦੇ ਘਰ ਵੀ ਗੁਰੂ ਸਾਹਿਬ ਨੇ ਮੋਹਰਾਂ ਸੁਟਵਾਈਆਂ, ਫਿਰ ਸੈਯਦ ਚੁੱਪ ਹੋਇਆ। ਅੱਜ ਦਾ ਇਤਿਹਾਸ ਇੰਨਾ ਆਪਾਂ ਇਹਦੇ ਉੱਤੇ ਵਿਚਾਰ ਕਰਦੇ ਹਾਂ ਕਿ ਆਖਰਕਾਰ ਸਾਡੇ ਗੁਰੂ ਸਾਹਿਬ ਜਿਹੜੇ ਇਤਨੇ ਬਹਾਦਰ, ਇਤਨੇ ਦੂਰਦਰਸ਼ੀ, ਇਤਨੇ ਕੁਰਬਾਨੀ ਵਾਲੇ, ਪਿਤਾ ਵਾਰ ਦਿੱਤਾ, ਬੱਚੇ ਵਾਰ ਦਿੱਤੇ, ਘਰ ਛੱਡ ਦਿੱਤਾ, ਇੱਕ ਸੱਚ 'ਤੇ ਪਹਿਰਾ ਦੇਣ ਲਈ, ਇੱਕ ਲੋਕਾਂ ਨੂੰ ਇੱਕ ਸਹੀ ਰਾਸਤਾ ਦਿਖਾਉਣ ਲਈ। ਕਿ ਸਾਡੇ ਗੁਰੂ ਸਾਹਿਬਾਨ ਐਸੇ ਸਨ। ਯੁੱਧ ਨੀਤੀ ਅਨੁਸਾਰ ਜਿਹੜਾ ਵੀ ਕਾਰਜ ਕਰਨਾ ਹੁੰਦਾ ਉਹ ਸੀਕ੍ਰੇਟਲੀ, ਚੋਰੀ ਛਿਪੇ, ਲੁਕ ਛਿਪ ਕੇ ਕਰਨਾ ਹੁੰਦਾ। ਇੱਥੇ ਕਹਾਣੀਕਾਰ ਨੇ ਇਹ ਦੱਸਿਆ, ਗੁਰੂ ਜੀ ਨੇ ਤਾੜੀ ਮਾਰੀ, ਭਾਵ ਉਹਨਾਂ ਨੂੰ ਦੱਸਿਆ ਕਿ ਮੈਂ ਜਾ ਰਿਹਾ।
ਔਰ ਅਸੀਂ ਇਸ ਚੀਜ਼ ਨੂੰ ਬੜੇ ਹੁੱਭ ਕੇ ਦੱਸਦੇ ਹਾਂ। ਪਰ ਇਹ ਇੱਕ ਐਸਾ ਪੌਦਾ ਲਿਖਾਰੀ ਨੇ ਸਿੱਖ ਧਰਮ ਵਿੱਚ ਲਾਇਆ ਕਿ ਕੋਈ ਵੀ ਤੁਸੀਂ ਐਕਸ਼ਨ, ਕੋਈ ਕੰਮ ਕਰਨਾ, ਪਹਿਲਾਂ ਉਹਦੀ ਡੌਂਡੀ ਪਿੱਟੋ, ਤਾਂ ਕਿ ਤੁਹਾਡੇ ਕੰਮ ਕਰਨ ਤੋਂ ਪਹਿਲਾਂ ਹੀ ਤੁਹਾਨੂੰ ਅਗਲੇ ਫੜ ਕੇ ਲੈ ਜਾਣ। ਕਿਉਂਕਿ ਦੁਨੀਆ ਦੀਆਂ ਜਿੰਨੀਆਂ ਲੜਾਈਆਂ ਹੁੰਦੀਆਂ ਉਹ ਸਿਰਫ ਸੀਕ੍ਰੇਸੀ ਦੇ ਉੱਤੇ ਹੀ ਸਾਰੀਆਂ ਨਿਰਭਰ ਕਰਦੀਆਂ। ਦੂਜੇ ਦਾ ਤੁਹਾਨੂੰ ਉਹਦੀ ਪਲੈਨਿੰਗ ਦਾ ਕਿੰਨਾ ਗਿਆਨ ਹੈ ਔਰ ਤੁਸੀਂ ਆਪਣੀ ਪਲੈਨਿੰਗ ਕਿੱਦਾਂ ਸੀਕ੍ਰੇਟ ਰੱਖ ਸਕਦੇ ਹਾਂ, ਇਹਦੇ ਉੱਤੇ ਹੀ ਲੜਾਈ ਦੀ ਜਿੱਤ ਹਾਰ ਦਾ ਸਾਰਾ ਫੈਸਲਾ ਹੁੰਦਾ। ਪਰ ਇੱਥੇ ਗੱਲ ਅਜੀਬੋ ਗਰੀਬ ਹੈ, ਗੁਰੂ ਦੇ ਮੂੰਹ ਤੋਂ ਹੀ ਇਹ ਗੱਲਾਂ ਕਹਾਈਆਂ ਜਾ ਰਹੀਆਂ ਕਿ ਗੁਰੂ ਜੀ ਜਿਹੜੇ ਹੈ ਤਾੜੀ ਮਾਰ ਕੇ ਉੱਥੋਂ ਨਿਕਲੇ। ਪਤਾ ਨਹੀਂ ਸੰਗਤਾਂ ਕਿੱਥੋਂ ਤੱਕ ਇਸ ਚੀਜ਼ ਨੂੰ ਸਹੀ ਮੰਨਦੀਆਂ, ਪਰ ਮੈਂ ਡਿਫੈਂਸ ਦੇ ਲਹਿਜ਼ੇ ਨਾਲ ਉਹਦੇ ਸੋਚ ਅਨੁਸਾਰ ਮੈਂ ਜੋ ਜਾਣਦਾ ਹਾਂ ਕਿ ਕਦੀ ਵੀ ਲੜਾਈਆਂ ਇਸ ਢੰਗ ਨਾਲ ਨਹੀਂ ਲੜੀਆਂ ਜਾਂਦੀਆਂ। ਦੂਜੀ ਗੱਲ, ਰਾਤ ਨੂੰ ਗੁਰੂ ਸਾਹਿਬ ਇਕੱਲੇ ਆ ਰਹੇ ਆ। ਲਿਖਾਰੀ ਨਹੀਂ ਭੁੱਲਿਆ, ਅਸਲ 'ਚ ਲਿਖਾਰੀ ਦਾ ਮੇਨ ਮਕਸਦ, ਲਿਖਾਰੀ ਜੋ ਹੈ ਗੁਰੂ ਸਾਹਿਬਾਨ ਦੀ ਬਹੁਤ ਉਸਤਤ ਕਰਦਾ, ਬਹੁਤ ਉਸਤਤ ਕਰਦਾ। ਉਹਦਾ ਉਸਤਤ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਉਹਦਾ ਗੁਰੂ ਸਾਹਿਬਾਨ ਨਾਲ ਬਹੁਤ ਪਿਆਰ ਹੈ। ਉਸਤਤ ਕਿਆ ਹੈ? ਇੱਕ ਸ਼ਹਿਦ ਦੇ ਰੂਪ ਵਿੱਚ ਉਸ ਨੂੰ ਵਰਤਦਾ। ਅਸਲ ਵਿੱਚ ਉਸਨੇ ਅੱਗੇ ਜ਼ਹਿਰ ਦੇਣੀ ਹੁੰਦੀ ਹੈ, ਉਹ ਜ਼ਹਿਰ ਖਾਣ ਲਈ ਸਾਨੂੰ ਤਿਆਰ ਕਰਦਾ, ਇਸ ਲਈ ਇੰਨੀ ਜ਼ਿਆਦਾ ਗੁਰੂ ਸਾਹਿਬਾਨ ਦੀ ਉਸਤਤ ਕਰਦਾ। ਪਰ ਉਹਦੇ ਹਿਰਦੇ ਘਰ ਵਿੱਚ ਜੋ ਛੁਪਿਆ ਮੈਨੂੰ ਦਿਖਾਈ ਦਿੱਤਾ ਉਹ ਇਹੀ ਹੈ ਕਿ ਹਰ ਮੋੜ 'ਤੇ, ਹਰ ਜਗ੍ਹਾ ਉਹ ਗੋਲ ਕਰਨਾ ਚਾਹੁੰਦਾ, ਜਿੱਤ ਪ੍ਰਾਪਤ ਕਰਨਾ ਚਾਹੁੰਦਾ। ਜਿਸ ਅਕੀਦੇ ਨੂੰ ਉਹ ਸਮਰਪਿਤ ਹੈ, ਉਹ ਅਕੀਦਾ ਹੈ ਕਿ ਸਿੱਖੀ ਨੂੰ ਜੜ੍ਹ ਤੋਂ ਉਖਾੜਨਾ, ਸਿੱਖੀ ਨੂੰ ਹਰ ਤਰ੍ਹਾਂ ਨਾਲ ਢਾਹ ਲਾਉਣੀ, ਹਰ ਤਰ੍ਹਾਂ ਨਾਲ ਗੁਰੂ ਦੀ ਤੋਹੀਨ ਕਰਨੀ। ਨਹੀਂ ਤਾਂ ਕੀ ਲੋੜ ਪਈ ਸੀ ਇਹ ਦੱਸਣ ਦੀ? ਪਹਿਲੀ ਗੱਲ ਕਿ ਸਾਡੇ ਗੁਰੂ ਸਾਹਿਬਾਨ ਨਸ਼ਈ ਸਨ, ਨਸ਼ੇ ਤੋਂ ਬਗੈਰ ਜੀ ਨਹੀਂ ਸਕਦੇ ਸਨ। ਐਸਾ ਮੈਨੂੰ ਮੇਰਾ ਬਿਲਕੁਲ ਵਿਸ਼ਵਾਸ ਨਹੀਂ ਹੈ ਕਿ ਸਾਡੇ ਗੁਰੂ ਸਾਹਿਬ ਕੋਈ ਨਸ਼ਾ ਕਰਦੇ ਸਨ। ਪਰ ਇਹ ਲਿਖਾਰੀ ਨੇ ਜ਼ੋਰ ਲਾਇਆ ਹੋਇਆ ਨਸ਼ਾ ਕਰਨਾ। ਫਿਰ ਅੱਗੋਂ ਅੱਕ ਦਾ ਦੁੱਧ ਪਿਆ ਕੇ ਲਿਖਾਰੀ ਜੋ ਹੈ ਗੁਰੂ ਸਾਹਿਬ ਦੇ ਨਸ਼ੇ ਨੂੰ ਪੂਰਾ ਕਰਦਾ ਹੈ। ਅੱਗੇ ਜਾ ਕੇ ਖੂਹ ਦੇ ਉੱਤੇ ਜਿੱਥੇ ਅਰਦਾਸ ਕਰ ਰਹੇ ਦੱਸਦਾ ਹੈ, ਉੱਥੇ ਜਿਹੜੇ ਮੱਝਾਂ ਲੱਭ ਰਹੇ ਸਨ ਦੋ ਬੰਦੇ, ਉਹਨਾਂ ਨਾਲ ਜੋ ਗੁਰੂ ਸਾਹਿਬ ਨੇ ਕੀਤਾ ਉਹ ਇੱਕ ਯੁੱਧ ਨੀਤੀ ਹੈ। ਕਿਉਂਕਿ ਰੌਲਾ ਪਾ ਦੇਗਾ ਤਾਂ ਫੜ ਲੇਗਾ। ਉਹਨਾਂ ਨੇ ਜੋ ਵੀ ਉਸ ਨੂੰ ਮਾਰਿਆ ਜਾਂ ਬਰਾਈਬ ਜਾਂ ਵੱਢੀ ਦਿੱਤੀ ਉਹ ਸਭ ਜਾਇਜ਼ ਹੈ, ਕਿਉਂਕਿ ਯੁੱਧ ਨੀਤੀ ਵਿੱਚ ਇਹ ਗੱਲਾਂ ਠੀਕ ਨੇ। ਅੱਗੋਂ ਟਿੰਡ ਦਾ ਸਰਾਣਾ ਲੈ ਕੇ ਸੌਂ ਗਏ। ਉਹਦਾ ਮਹੀਨਾ ਖੁੱਲ੍ਹੀ ਜਗ੍ਹਾ 'ਚ ਗੁਰੂ ਸਾਹਿਬ ਸੌਂ ਗਏ। ਮੰਨ ਲੈਂਦੇ ਥੱਕੇ ਹੋਏ ਸਨ, ਨੀਂਦ ਆ ਗਈ। ਪਰ ਠੰਡ ਦੇ ਵਿੱਚ, ਉਹਦੇ ਮਹੀਨੇ ਪੰਜਾਬ ਵਿੱਚ ਕਿੰਨੀ ਠੰਡ ਹੁੰਦੀ ਆ, ਬਿਨਾਂ ਕੰਬਲ, ਬਿਨਾਂ ਰਜ਼ਾਈ ਤੋਂ ਖੇਤ ਵਿੱਚ ਸੌਂ ਗਏ। ਪਰ ਲਿਖਾਰੀ ਹੈ, ਕਹਾਣੀ ਬਣਾਈ ਹੈ, ਮੰਨਣੀ ਪੈ ਗਈ। ਫਿਰ ਗੁਰੂ ਸਾਹਿਬ ਚੱਲ ਨਹੀਂ ਸਕਦੇ ਸਨ, ਛਾਲੇ ਪੈ ਗਏ, ਸਹੀ ਹੈ। ਭਾਈ ਮਾਨ ਸਿੰਘ ਚੱਕ ਕੇ ਲੈ ਗਏ, ਸਹੀ ਹੈ, ਕੋਈ ਗੱਲ ਨਹੀਂ, ਕਿਉਂਕਿ ਇੱਕ ਦੂਜੇ ਦਾ ਅਸੀਂ ਹੈਲਪ ਕਰਨੀ ਹੈ। ਪਰ ਹਰ ਭਾਈ ਮਾਨ ਸਿੰਘ ਤੋਂ ਵੀ ਗੁਰੂ ਸਾਹਿਬ ਨਸ਼ਾ ਹੀ ਮੰਗ ਰਿਹਾ। ਉਹ ਕਹਿੰਦੇ ਵੀ ਨਸ਼ਾ ਤੇ ਮੇਰੇ ਕੋਲ ਵੀ ਖਤਮ ਹੀ ਸਮਝੋ। ਭਾਵ ਸਾਰੇ ਹੀ ਸਿੱਖ ਤੇ ਗੁਰੂ ਨਸ਼ਾ, ਅਫੀਮ ਕੋਲ ਰੱਖਦੇ ਸਨ, ਭੰਗ ਪੀਂਦੇ ਸਨ। ਇਹ ਕਵੀ ਵਾਰ-ਵਾਰ ਇਹ ਦਰੜਾ ਰਿਹਾ। ਫਿਰ ਜਦੋਂ ਭਾਈ ਗੁਲਾਬਾ ਆਇਆ, ਉਸ ਟਾਈਮ ਵੀ ਪਹਿਲੀ ਮੰਗ ਭੰਗ ਲਿਆ ਦਿਓ, ਮਿਰਚਾਂ ਲਿਆ ਦਿਓ। ਕਿਆ ਕਵੀ ਨੂੰ ਹੋਰ ਕੋਈ ਕੰਮ ਹੀ ਨਹੀਂ ਹੈ? ਗੁਰੂ ਸਾਹਿਬ ਦਾ ਨਸ਼ਾ ਹੀ ਪੱਕੇ ਸਿੱਧ ਕਰਨਾ ਇਹੀ ਕੰਮ ਲੱਗ ਰਿਹਾ ਮੈਨੂੰ। ਖੈਰ ਉਹ ਵੀ ਭੰਗ ਪਿਆਤੀ, ਸਭ ਕੁਝ ਪਿਆ ਦਿੱਤਾ। ਫਿਰ ਅੱਗੇ ਜਿਹੜੀ ਕਹਾਣੀ ਆ ਉਹ ਹੋਰ ਵੀ ਟੇਢੀ ਹੈ। ਜਿਹੜੀ ਗੱਲ ਨਦੀ 'ਚੋਂ ਇਸ਼ਨਾਨ ਕੀਤਾ, ਉਹਨੂੰ ਇੱਕ ਖੰਜਰ ਦਿੱਤਾ, ਉਹ ਵੀ ਸਹੀ ਹੈ। ਯੁੱਧ ਨੀਤੀ ਅਨੁਸਾਰ ਕੋਈ ਗਲਤੀ ਨਹੀਂ ਹੈ। ਕਿਸੇ ਨੂੰ ਬਰਾਈਬ ਦੇ ਕੇ, ਵੱਢੀ ਦੇ ਕੇ ਵੀ ਅਸੀਂ ਸਮਾਂ ਟਪਾ ਲਈਏ, ਕੋਈ ਮਾੜੀ ਗੱਲ ਨਹੀਂ। ਇਹ ਦੋ ਜਗ੍ਹਾ ਗੁਰੂ ਸਾਹਿਬ ਨੇ ਬਿਲਕੁਲ ਯੁੱਧ ਨੀਤੀ, ਕਵੀ ਨੇ ਜੋ ਲਿਖਿਆ ਹੈ ਗੁਰੂ ਸਾਹਿਬ ਤੋਂ ਕਰਵਾਇਆ। ਗੁਰੂ ਸਾਹਿਬ ਨੇ ਤਾਂ ਸਾਰੀ ਯੁੱਧ ਨੀਤੀ ਸੀ, ਸਾਰਾ ਹੀ ਸਹੀ ਸੀ, ਪਰ ਕਵੀ ਨੇ ਸਹੀ ਨਹੀਂ ਕੀਤਾ ਕੁਝ ਵੀ। ਕਵੀ ਦੀ ਇੰਟੈਂਸ਼ਨ ਜੋ ਹੈ, ਜਿਹੜੀ ਅੰਤਰੀਮ ਭਾਵਨਾ ਜੋ ਦਿਖਾਈ ਦਿੰਦੀ ਹੈ, ਉਹ ਗੁਰੂ ਦੀ ਹੇਠੀ ਕਰਨਾ ਹੀ ਹੈ। ਹੁਣ ਜਿਹੜੀ ਅੱਗੇ ਕਹਾਣੀ ਸਾਰੀ ਹੈ ਉਹ ਹੋਰ ਵੀ ਖਤਰਨਾਕ ਹੈ। 39 ਸਾਲ ਦੀ ਗੁਰੂ ਸਾਹਿਬ ਦੀ ਉਮਰ ਸੀ, ਪਰ ਅਗਲੀ ਸਾਰੀ ਕਹਾਣੀ ਵਿੱਚ ਗੁਰੂ ਸਾਹਿਬ ਨੂੰ ਇੱਕ 15-16 ਸਾਲ ਦੇ ਲੜਕੇ, ਜਿਸ ਨੂੰ ਕੋਈ ਸਮਝ ਨਹੀਂ, ਅਲੱਥ ਜਿਹੜਾ ਛਿੱਦਰਾਂ ਛੇੜਨ ਵਾਲਾ, ਜਿਹੜਾ ਆਪਣੇ ਪੰਜਾਬੀ 'ਚ ਕਹਿੰਦੇ ਨੇ ਛਿੱਦੜੀ ਬੰਦਾ ਦਿਖਾਇਆ ਗਿਆ। ਕਿਉਂ?
पहली गल, 2 साहिबजादे शहीद हो गए, माता और छोटे बच्चे पता नहीं कित्थे ने, सारे सिंह शहीद हो गए। और गुरु साहब जदों खाने लिए पूछया की खाओगे, और लिखारी उन्होंने मूँह चों कढवा रिहा, वकरा लै आओ। कोई विआह रखिया होया सी। इस तरह के अड़वजवाई करते हैं भी अड़ के असी चीज़ लैनी आ, क्योंकि हुण सहुरे कित्थे जाणगे। जिहड़ा गुरु है उहदे लई तां पुत्तर ते गुरु दे सिख ये बराबर सी, और सिख ते गुरु आपे गुरु चेला सी। इहदे विच तां कोई भिन्न भेद है ही नहीं। जे भाई गुलाबे ने घर लै गया, उसने की गुनाह किया? सोचो जरा। उस वेले गुरु गोबिंद सिंह जी इस देश की सरकार दे नंबर 1 जो भगौड़े सन, और भाई गुलाबे ने इतना वड्डा रिस्क लैके, इतना बड़ा खतरा मुल लैके गुरु साहब नूं अपने घर विच भाई गुलाबा लैके गया। पर गुरु साहब ने उसकी इज्जत पत रखण लई उसनूं उसके बाल बच्चे का ध्यान रखण दा इस कहानी अनुसार जरा जिन्ना भी ख्याल नहीं किया। सगों पहली गल वकरे की डिमांड कर दी। वो गरीब बंदा बाजार गया, वकरा खरीद के लिया। फिर वकरा घर आ गया तो उसनूं जो झटका करना सी उसका बड़ा सौखा तरीका सी। सारिਆਂ को किरपाना सी, एक वार दे नाल झटका हो जाना सी। गोली चलाउण दी की लोड़ सी? हद हो गई। वो बंदा अपने बाल बच्चे की परवाह ना करदा होया, गुलाबा ते पंजाबा जो दोनों भरा है, उन्हें इन्ना रिस्क लिया, इन्ना खतरा लिया, तो गुरु साहब ने उस खतरे का की मुल पाया? फिर ख्याल करना गुरु साहब ऐसा नहीं कर सकते। ये लिखारी दे मन की सोच है गुरु साहब नूं ऐसा शरारती बच्चे की तरह पेश करना। गुरु साहब ने ऐसा कुछ नहीं किया। फिर गोली मार के उसका जो है झटका किया। उधर भाई गुलाबा ते भाई पंजाबा के घर दे विच मीट बना रहे हैं, मसाले रगड़ के तां तुड़के ला रहे हैं ताकि गुरु साहब नूं भोजन छकाया जाए। गुरु साहब नूं आराम नहीं सी। शरारत हर वेले मन में शरारत सुझी। 39 साल के गुरु गोबिंद सिंह जी ने वो की कीता? लिखारी अनुसार वो खल दे विच खरोंडे ते सिरी की गठड़ी बन्नी, कोठियां उत्तों दी जाके, नेड़े मसीत सी, मस्जिद सी, उत्थे मौलवी जो है वो नमाज पढ़न आया सी। ते लिखारी गुरु साहब तो की कराउंदा है, वो गठड़ी बन के कोठियां उत्तों दी जाके जो नमाज पढ़ रहा सी मौलवी, ਉਹਦੇ सिर विच मारी। जदों सिर विच मारी, मौलवी की पग लैके औ गई तो मौलवी दौड़ भौरा हो गया। समझ नहीं आ रही सी गठड़ी कित्थों आई है। हुण उसने की कीता? लिखिया लिखारी ने कि मूर्ख जिहड़ा मौलवी है उसनूं कोई समझ नहीं आई, वो मूर्ख हो गया। तुसी जांदे जांदे किसी की गड्डी विच, किसी दे टू व्हीलर मार के भजो, वो डिग पे तो तुसी भजो तो कहो उस मूर्ख नूं कोई समझ नहीं आया। समझ की आउणी है? मूर्ख वो किदां? मूर्ख तो असीं आ जिहड़ा गड्डी विच गड्डी मारन वाले जान बुझ के जां जिहदे विच गड्डी मारी वो मूर्ख बन गया। मूर्ख तो उसनूं होना चाहिदा सी जिसने गठड़ी मारी किसी के धार्मिक स्थान ते, धर्म की पूजा करदिआं होया। पर मूर्ख लिखारी किहनूं बना रहा? उस मौलवी नूं मूर्ख बना रहा। खैर वो मौलवी तो घर नूं चला गया, ठीक है। और इस गल नूं अगर दूजे अंदाज में समझना होवे, मान लो सिखां दा राज होवे, साडा ग्रंथी सिंह गुरु ग्रंथ साहब की हजूरी विच अरदास कर रहा होवे, कोई मुसलमानां दा लीडर इस तरह की गठड़ी बना के साडे ग्रंथी सिंह दे सिर 'च मारे, उहदी पग लै जाए, वो डिग पे, गुरु दरबार विच बेअदबी होवे, फिर असी सिख इस गल ते हसांगे जां असी की करांगे? सारे सिख जरा ध्यान नाल सोचना। जिवें सानू अपना धर्म प्यारा, वो मौलवी नूं, उन्हां मुसलमानां नूं भी अपना धर्म उवें प्यारा सी। बिना किसी गल तो, बिना किसी मतलब प्रॉब्लम तो एक नवीं प्रॉब्लम क्रिएट करना, एक नवीं छिद्दड़ छेड़ना, वो भी उस वेले जदों पत्ता पत्ता तुहानूं लभ रिहा, तुसीं इस देश के नंबर 1 जो भगौड़े हो, और वो किसी शरीफ बंदे ने
ਆਪਣੇ ਬਾਲ ਬੱਚੇਦਾਰ ਬੰਦੇ ਨੇ ਤੁਹਾਨੂੰ ਆਪਣੇ ਘਰ ਵਿੱਚ ਪਨਾਹ ਦਿੱਤੀ ਹੈ। ਤੁਹਾਡਾ ਜੋ ਹੋਣਾ ਉਹ ਤੇ ਹੋਣਾ, ਪਰ ਤੁਹਾਡੇ ਇਹਨਾਂ ਕੰਮਾਂ ਕਰਕੇ ਉਸ ਨਾਲ ਕੀ ਹੋਣਾ, ਕੀ ਹੋ ਰਿਹਾ, ਉਸ ਦਾ ਅੰਦਾਜ਼ਾ ਲਗਾਓ। ਕੀ ਗੁਰੂ ਗੋਬਿੰਦ ਸਿੰਘ ਜੀ ਐਸਾ ਕਰ ਸਕਦੇ ਹਨ? ਇਹ ਸਾਰੀ ਦੀ ਸਾਰੀ ਸੋਚ ਕਵੀ ਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਦਿਮਾਗੀ ਤੌਰ 'ਤੇ ਇਤਨਾ ਹਲਕਾ ਸਿੱਧ ਕਰਨਾ, ਇਤਨਾ ਫੁਕਰਾ ਸਿੱਧ ਕਰਨਾ, ਇਹ ਲਿਖਾਰੀ ਦੀ ਸੋਚ ਹੈ। ਜਿਸ ਲਿਖਾਰੀ ਨੂੰ ਅਸੀਂ ਪੰਥ ਦਾ ਮਹਾਨ ਵਿਦਵਾਨ ਕਵੀ ਕਹੀ ਜਾਂਦੇ ਹਾਂ, ਜਿਸ ਦੇ ਗ੍ਰੰਥ ਨੂੰ ਸਿਰ 'ਤੇ ਚੁੱਕੀ ਫਿਰਦੇ ਹਾਂ, ਹਾਲੇ ਵੀ ਤਸੱਲੀ ਨਹੀਂ ਹੋਈ। ਲਿਖਾਰੀ ਦੀ ਹਾਲੇ ਵੀ ਤਸੱਲੀ ਨਹੀਂ ਹੋਈ। ਫਿਰ ਕੀ ਕੀਤਾ? ਜਦੋਂ ਖਾਣਾ ਬਣ ਕੇ ਆ ਗਿਆ ਤੇ ਗੁਰੂ ਸਾਹਿਬ ਖਾਣਾ ਖਾ ਰਹੇ ਨੇ, ਜਿਹੜੀਆਂ ਸੰਖੀਆਂ, ਜਿਹੜੀਆਂ ਹੱਡੀਆਂ ਵਿੱਚੋਂ ਸਨ, ਉਹ ਅੱਧੀਆਂ ਸੰਖੀਆਂ ਹੱਡੀਆਂ ਜਿਹੜੀਆਂ ਉਹ ਪੰਡਤ ਦੇ ਘਰ ਵੱਲ ਸੁੱਟ ਰਹੇ ਨੇ, ਤੇ ਅੱਧੀਆਂ ਹੱਡੀਆਂ ਉਸ ਸੈਯਦ ਦੇ ਘਰ ਵੱਲ ਸੁੱਟ ਰਹੇ ਨੇ। ਜ਼ਰਾ ਸੋਚੋ। ਸੈਯਦ ਨੂੰ ਬਹੁਤ ਗੁੱਸਾ ਚੜਿਆ, ਉਹ ਬੋਇਲਡ ਅਪ ਹੋ ਗਿਆ, ਉਬਲ ਗਿਆ। ਕਹਿੰਦੇ, ਪੰਜਾਬੀਆ ਹੁਣ ਤੱਕ ਮੈਂ ਚੁੱਪ ਸੀ, ਪਰ ਹੁਣ ਤੇਰੀ ਖੈਰ ਨਹੀਂ, ਹੁਣ ਤੇਰਾ ਬਾਲ ਬੱਚਾ ਇਹਦਾ ਪੇਟ ਚੀਰਿਆ ਜਾਵੇਗਾ, ਹੁਣ ਮੈਂ ਕੱਲ੍ਹ ਰਿਪੋਰਟ ਕਰਦਾ। ਫਿਰ ਉਹਦੇ ਘਰ ਮੋਹਰਾਂ ਸਿੱਟ ਕੇ ਉਸ ਤੋਂ ਉਸ ਛੁਟਕਾਰਾ ਪਾਇਆ, ਭਾਵ ਉਸ ਨੂੰ ਵੱਢੀ ਦਿੱਤੀ ਮੋਹਰਾਂ ਦੀ, ਤਾਂ ਛੁਟਕਾਰਾ ਪਾਇਆ। ਇਹ ਸਾਰੀ ਕਹਾਣੀ ਨੂੰ ਪੜ੍ਹ ਕੇ ਦੱਸੋ ਕਿਹੜੇ ਪਹਿਲੂ ਤੋਂ ਲੱਗਦਾ ਕਿ ਇਹ ਕਵੀ ਗੁਰੂ ਦਾ ਜੋ ਬਹੁਤ ਹੀ ਹਮਦਰਦ ਹੈ, ਸਿੱਖੀ ਦਾ ਹਮਦਰਦ ਹੈ। ਪੂਰੀ ਕਹਾਣੀ ਵਿੱਚ ਹਰ ਜਗ੍ਹਾ ਇਸ ਨੇ ਗੁਰੂ ਦੀ ਨਸ਼ਈ, ਗੁਰੂ ਬੇਅਕਲਾ, ਗੁਰੂ ਛਿਦੜੀ, ਇਹ ਸਾਰੀਆਂ ਗੱਲਾਂ ਇਸ ਕਹਾਣੀ ਵਿੱਚ ਕਵੀ ਨੇ ਕਹੀਆਂ ਹਨ। ਬਾਕੀ ਆਪ ਫੈਸਲਾ ਕਰਨਾ। ਐਸਾ ਗ੍ਰੰਥ ਜਿਹੜਾ ਸਾਡੀ ਗੁਰੂ ਦੀ ਮਿੱਟੀ ਪੁੱਟੇ, ਜਿਹੜਾ ਗ੍ਰੰਥ ਗੁਰੂ ਤੇ ਸਿੱਖ ਦੇ ਵਿੱਚ ਇੰਨਾ ਪਾੜਾ ਪਾਵੇ, ਜਿਹੜਾ ਗੁਰੂ ਦੇ ਸਿੱਖ ਨੂੰ ਇਤਨੀ ਟੈਨਸ਼ਨ ਦੇਵੇ, ਕਿਉਂਕਿ ਗੁਲਾਬੇ ਤੇ ਪੰਜਾਬੀ ਦੀ ਜਗ੍ਹਾ ਆਪਣੇ ਆਪ ਨੂੰ ਰੱਖ ਕੇ ਦੇਖੋ। ਜੇ ਕਿਤੇ ਦੇਸ਼ ਦੀ ਸਰਕਾਰ ਦਾ ਵੱਡਾ ਜੋ ਹੈ ਭਗੌੜਾ ਤੁਹਾਡੇ ਘਰ ਆ ਕੇ ਇਹੋ ਜਿਹਾ ਕੰਮ ਕਰੇ, ਔਰ ਤੁਸੀਂ ਕਹਿ ਕੁਛ ਨਹੀਂ ਸਕਦੇ, ਕਿਉਂਕਿ ਉਹਦੇ ਕੋਲ ਗਨ ਹੈ, ਇੱਥੇ ਤਾਂ ਗੁਰੂ ਹੈ। ਪਰ ਤੁਹਾਡੇ ਅੰਦਰਲੇ ਨੂੰ ਪੁੱਛ ਕੇ ਦੇਖੋ ਵੀ ਤੁਹਾਡੀ ਉਸ ਵੇਲੇ ਕੀ ਹਾਲ ਹੋਏਗੀ, ਤੁਹਾਡੇ ਬੱਚਿਆਂ ਦਾ ਕੀ ਹਾਲ ਹੋਏਗਾ। ਐਸੀਆਂ ਕਹਾਣੀਆਂ ਨਾਲ ਇਹ ਗ੍ਰੰਥ ਭਰਿਆ ਪਿਆ ਹੈ, ਪਰ ਫਿਰ ਵੀ ਕੌਮ ਇਸ ਨੂੰ ਬਹੁਤ ਸਤਿਕਾਰ ਦਿੰਦੀ ਹੈ। ਇਹ ਕੌਮ ਨੇ ਸੋਚਣਾ ਕਿ ਅਸੀਂ ਇਸ ਗ੍ਰੰਥ ਦੇ ਸਿੱਖ ਬਣਨਾ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣਨਾ। ਸੋ ਅੱਜ ਦੀ ਇਤਨੀ ਵਿਚਾਰ ਪ੍ਰਵਾਨ ਕਰਨੇ ਇਹ ਹੈ। ਜੇ ਖੋਜ, ਜੇ ਇਹ ਸਮਝ ਚੰਗੀ ਲੱਗੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ, ਜ਼ਰੂਰ ਇਸ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਅਸੀਂ ਹੋਰ ਖੋਜ ਕਰੀਏ, ਦੱਸ ਸਕੀਏ ਕਿ ਸਿੱਖ ਕੌਮ, ਸਿੱਖ ਧਰਮ ਅੱਗੇ ਕਿਉਂ ਨਹੀਂ ਵੱਧ ਰਿਹਾ, ਕਿਹੜੇ ਕਾਰਨ ਹਨ। ਅਸੀਂ ਉਹਨਾਂ ਨੂੰ ਲੱਭ ਕੇ ਠੀਕ ਕਰੀਏ, ਤਾਂ ਕਿ ਅੱਗੇ ਤੋਂ ਗੁਰੂ ਨਾਨਕ ਦੀ ਫੁਲਵਾੜੀ ਅੱਗੇ ਵੱਧ ਸਕੇ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।